ਨੈਕਸਟ ਟੌਪਿਕ ਜਿਹੜਾ ਅਸੀਂ ਕਰਨਾ ਹੈ that is DNA ਫਿੰਗਰਪ੍ਰਿੰਟਿੰਗ। ਇਹਨੂੰ ਅਸੀਂ DNA ਟਾਈਪਿੰਗ ਜਾਂ DNA ਪ੍ਰੋਫਾਈਲਿੰਗ ਵੀ ਕਹਿੰਦੇ ਹੈਗੇ ਆ। ਕੀ ਹੁੰਦਾ ਇਹਦੀ ਡੈਫੀਨੇਸ਼ਨ ਕੀ ਹੈ? ਇਟ ਇਜ਼ ਟੈਕਨੀਕ ਆਫ ਡਿਟਰਮਾਈਨਿੰਗ ਨਿਊਕਲੀਓਟਾਈਡ ਸੀਕੁਐਂਸਿਸ ਆਫ certain areas of DNA which are unique to each individual। यानी कि ਜਿਹੜਾ ਕਨਵੈਨਸ਼ਨਲ ਫਿੰਗਰਪ੍ਰਿੰਟਿੰਗ ਹੈ, ਕਨਵੈਨਸ਼ਨਲ ਫਿੰਗਰਪ੍ਰਿੰਟ ਮਤਲਬ ਸਾਡੇ ਫਿੰਗਰ ਦੇ ਉੱਤੇ ਜਿਹੜੇ ਫਿੰਗਰਪ੍ਰਿੰਟਸ ਹੈਗੇ ਆ ਉਹਨੂੰ ਅਸੀਂ ਚੇਂਜ ਕਰ ਸਕਦੇ ਹਾਂ। ਚੇਂਜ ਕਿਵੇਂ ਕਰ ਸਕਦੇ ਹਾਂ? ਮੰਨ ਲਓ ਕਿਸੇ ਨੇ ਕੋਈ ਕ੍ਰਾਈਮ ਕੀਤਾ ਹੈ, ਠੀਕ ਹੈ, ਅਸੀਂ ਗਲਵਸ ਉਹਦੇ ਉੱਤੇ ਕਰ ਲਏ ਜਾਂ ਕਿਸੇ ਦੇ ਅਸੀਂ ਲੈ ਸਕਦੇ ਹੈਗੇ ਹਾਂ, ਕਾਪੀ ਕਰ ਸਕਦੇ ਹਾਂ, ਲੇਕਿਨ ਇਹਨੂੰ ਅਸੀਂ ਚੇਂਜ ਨਹੀਂ ਕਰ ਸਕਦੇ DNA ਫਿੰਗਰਪ੍ਰਿੰਟਿੰਗ ਨੂੰ। ਇਹ ਹਰੇਕ ਪਰਸਨ ਦੀ ਇੱਕ ਯੂਨੀਕ ਆਈਡੈਂਟੀਟੀ ਹੈਗੀ ਹੈ। ਕਿਨੇ ਇਨਵੈਂਟ ਕੀਤਾ ਸੀਗਾ? 1984 ਦੇ ਵਿੱਚ ਸਰ ਅਲੈਕ ਜ਼ੈਫਰੀ ਨੇ ਇਹਨੂੰ ਆਇਡੈਂਟੀਫਾਈ ਕੀਤਾ ਸੀਗਾ ਕਿ DNA ਫਿੰਗਰਪ੍ਰਿੰਟਿੰਗ ਹੁੰਦੀ ਹੈਗੀ ਹੈ। ਕਿਸ ਦੇ ਉੱਤੇ ਬੇਸ ਹੈ? ਇਟ ਇਜ਼ ਬੇਸਡ ਔਨ the fact that DNA of an individual is about 99.9% identical to DNA of another individual. There is only 0.1% difference of DNA which contains small number of repeated sequences called repetitive DNA which are specific in each individual and is inherited। 99.9% DNA ਸਾਡੇ ਸਾਰਿਆਂ ਦੇ ਵਿੱਚ ਸੇਮ ਹੈ। ਸਿਰਫ 0.1% ਦਾ ਡਿਫਰੈਂਸ ਹੈ। ਇਹ 1% ਉਹ ਲੋਕੇਸ਼ਨ ਹੈ ਜਿੱਥੇ ਸਾਡੇ ਕੁਝ ਸੀਕੁਐਂਸਿਸ ਰਿਪੀਟ ਹੁੰਦੀ ਹੈਗੀਆਂ। ਫੋਰ ਐਗਜ਼ਾਮਪਲ, ਜਿਵੇਂ ਆਪਾਂ ਇੱਕ ਐਗਜ਼ਾਮਪਲ ਲਈਏ, ਮੰਨ ਲਓ ਇੱਕ ਪਰਸਨ ਹੈ, ਉਹਦੇ ਇੱਕ ਜੈਨੇਟਿਕ ਲੋਸਾਈ ਤੇ ACA ਰਿਪੀਟ ਹੋ ਰਿਹਾ 55 ਟਾਈਮਸ, ਉਹਦੇ ਸੈਕਿੰਡ ਜੈਨੇਟਿਕ ਲੋਸਾਈ ਦੇ ਉੱਤੇ ਰਿਪੀਟ ਹੋ ਰਿਹਾ 100 ਟਾਈਮਸ। ਇਸ ਤਰ੍ਹਾਂ ਥਰਡ ਫੋਰਥ ਤੇ ਅਲੱਗ-ਅਲੱਗ ਸੀਕੁਐਂਸ ਹੈ, ਕਿਸੇ ਦੇ 100 ਟਾਈਮ, ਕਿਸੇ ਦੇ 75 ਟਾਈਮ। ਸੋ ਲਾਈਕ ਹਰੇਕ ਲੋਸਾਈ ਤੇ ਚੇਂਜ ਹੋ ਰਿਹਾ ਹੈਗਾ। ਸੋ ਇਹਨੂੰ ਅਸੀਂ ਕਹਿੰਦੇ ਪੋਲੀਮੋਰਫਿਜ਼ਮ। ਸੋ ਦਿਸ ਇਜ਼ ਪੋਲੀਮੋਰਫਿਜ਼ਮ। ਪੋਲੀਮੋਰਫਿਜ਼ਮ ਮਤਲਬ ਵੇਰੀਏਸ਼ਨ ਐਟ ਜੈਨੇਟਿਕ ਲੈਵਲ, ਮਤਲਬ ਡਿਊ ਟੂ ਮਿਊਟੇਸ਼ਨਸ ਜਿਹੜੀਆਂ ਇਹ ਹੋ ਜਾਂਦੀ ਹੈਗੀ। ਸੋ ਇੱਕ ਹਰੇਕ ਇੰਡੀਵਿਜੂਅਲ ਦੇ ਵਿੱਚ ਆਪਣਾ ਆਪਣਾ ਹੈਗਾ। ਸੋ ਕਦੇ ਵੀ ਦੋ ਇੰਡੀਵਿਜੂਅਲ ਦਾ ਮੈਚ ਨਹੀਂ ਕਰਦਾ ਔਰ ਅਸੀਂ ਆਪਣੇ ਪੇਰੈਂਟਸ ਤੋਂ ਇਨਹੈਰਿਟ ਕਰਦੇ ਹੈਗੇ ਆ। ਸੋ ਇਹ ਜਿਹੜੀਆਂ ਪੋਲੀਮੋਰਫਿਕ ਜੈਨੇਟਿਕ ਲੋਸਾਈ, ਇਹਨਾਂ ਨੂੰ ਅਸੀਂ STRs ਕਹਿੰਦੇ ਹਾਂ। STR ਕੀ ਹੋ ਗਿਆ? ਸਿੰਪਲ ਟੈਂਡਮ ਰਿਪੀਟਸ। ਸੋ ਸਿੰਪਲ ਟੈਂਡਮ ਰਿਪੀਟਸ ਹੋ ਗਿਆ। ਡਿਊਰਿੰਗ ਜਦੋਂ ਅਸੀਂ ਡੈਂਸਿਟੀ ਗ੍ਰੇਡੀਐਂਟ ਸੈਂਟਰੀਫਿਊਗੇਸ਼ਨ ਕਰਦੇ ਹੈਗੇ ਆ, ਸਾਡੇ ਕੋਲ ਦੋ ਤਰ੍ਹਾਂ ਦੇ ਪੀਕਸ ਬਣ ਜਾਂਦੇ ਆ। ਇੱਕ ਮੇਜਰ ਜਿਹੜਾ DNA ਬਲਕ DNA ਫਾਰਮਸ ਮੇਜਰ ਪੀਕ। ਸੋ ਇਸ ਤਰ੍ਹਾਂ ਕਰਕੇ ਮੇਜਰ ਪੀਕ ਬਣ ਗਈ। ਜਿਹੜੀਆਂ ਛੋਟੀਆਂ ਛੋਟੀਆਂ ਪੀਕਸ ਬਣ ਜਾਂਦੀਆਂ ਹੈਗੀਆਂ, ਠੀਕ ਹੈ, ਇਹਨਾਂ ਨੂੰ ਅਸੀਂ ਸੈਟੇਲਾਈਟ DNA ਕਹਿੰਦੇ ਆ। ਇਸੇ ਕਰਕੇ ਬਣਦੀ ਹੈ ਇਹ ਰੈਪੀਟੀਟਿਵ DNA ਦੀ ਜਿਹੜੀਆਂ ਪੀਕਸ ਹੈਗੀਆਂ। ਸੋ ਇਹਨਾਂ ਨੂੰ ਅਸੀਂ ਥੀਸ ਆਰ ਦਾ ਪੀਕਸ, ਛੋਟੀਆਂ ਜਦੋਂ ਡੈਂਸਿਟੀ ਗ੍ਰੇਡੀਐਂਟ ਸੈਂਟਰੀਫਿਊਗੇਸ਼ਨ ਦੇ ਵਿੱਚ ਬਣ ਜਾਂਦੀ ਹੈਗੀਆਂ। ਇਹ ਜਿਹੜਾ ਇਹ ਪੀਕਸ ਹੈ ਜਾਂ ਇਹਨਾਂ ਨੂੰ ਸੈਟੇਲਾਈਟ DNA ਕਹਿੰਦੇ ਆ। ਇਹ ਦੋ ਤਰ੍ਹਾਂ ਦੇ ਹੋ ਗਏ, ਮਿਨੀ ਸੈਟੇਲਾਈਟ, ਮਾਈਕਰੋ ਸੈਟੇਲਾਈਟ। ਮਿਨੀ ਸੈਟੇਲਾਈਟ ਤੇ ਮਾਈਕਰੋ ਸੈਟੇਲਾਈਟ ਦੇ ਵਿੱਚ ਕੀ ਡਿਫਰੈਂਸ ਹੈ ਕਿ ਜਿਹੜਾ VNTR ਹੈ, ਜਿਹੜਾ ਕਿ DNA ਫਿੰਗਰਪ੍ਰਿੰਟਿੰਗ ਦਾ ਬੇਸ ਹੈ, ਵੇਰੀਏਬਲ ਨੰਬਰ ਟੈਂਡਮ ਰਿਪੀਟਸ, ਦੇ ਬਿਲੋਂਗ ਟੂ ਮਿਨੀ ਸੈਟੇਲਾਈਟਸ। ਕੀ ਹੁੰਦੇ ਆ ਮਿਨੀ ਸੈਟੇਲਾਈਟ? ਥੀਸ ਆਰ ਦ ਸੀਕੁਐਂਸਿਸ ਆਫ 15 to 50 ਬੇਸ ਪੇਅਰਸ ਰਿਪੀਟਡ ਟੈਂਡਮਲੀ ਅਪ ਟੂ 1000 ਟਾਈਮਸ। ਔਰ ਸਾਡੇ ਦੇ ਵਿੱਚ ਕਿੰਨੇ ਹੁੰਦੇ ਆ? ਅਬਾਊਟ 30,000 ਮਿਨੀ ਜਿਹੜੇ ਸੈਟੇਲਾਈਟਸ ਲੋਸਾਈ ਹੁੰਦੀ ਹੈ ਹਰੇਕ ਇੰਡੀਵਿਜੂਅਲ ਦੇ ਵਿੱਚ। ਔਰ ਮਾਈਕਰੋ ਸੈਟੇਲਾਈਟਸ ਕੀ ਹੁੰਦੀਆਂ? ਦੇ ਆਰ ਦਾ ਬੇਸ ਪੇਅਰ ਆਫ ਲੈਸ ਦੈਨ 10 ਰਿਪੀਟਡ, ਯੂਜ਼ੂਅਲੀ 10 to 100 ਟਾਈਮਸ। ਸੋ ਸਿਰਫ 10 ਬੇਸ ਪੇਅਰ ਜਿਹੜੇ ਹੈਗੇ ਰਿਪੀਟ ਹੁੰਦੇ ਆ, ਠੀਕ ਹੈ। 10 ਤੋਂ 100 ਟਾਈਮ ਤੱਕ ਰਿਪੀਟ ਹੋ ਸਕਦੇ ਆ। ਔਰ ਦੇਰ ਆਰ ਅਬਾਊਟ 2 ਲੱਖ ਸੱਚ ਲੋਸਾਈ। ਮਾਈਕਰੋ ਸੈਟੇਲਾਈਟ ਜਿਹੜੇ ਹੈਗੇ 2 ਲੱਖ ਰਿਪੀਟ ਹੁੰਦੇ ਆ। ਨਾਓ ਇਹਦੀ ਟੈਕਨੀਕ ਕੀ ਹੈ? ਮੈਂ ਹੁਣੇ ਦੱਸਿਆ ਕਿ VNTR ਜਿਹੜਾ ਹੈਗਾ ਵੇਰੀਏਬਲ ਨੰਬਰ ਟੈਂਡਮ ਰਿਪੀਟਸ ਹੈ, ਜਿਹੜੇ ਕਿ DNA ਫਿੰਗਰਪ੍ਰਿੰਟਿੰਗ ਦਾ ਬੇਸ ਹੈ। ਯਾਨੀ ਕਿ ਕੁਝ ਸਾਡੇ DNA ਦੇ ਵਿੱਚ ਕੁਝ ਸੀਕੁਐਂਸਿਸ ਰਿਪੀਟ ਹੋ ਰਹੇ ਹੈ। ਮੰਨ ਲਓ ਆ ਇੱਕ DNA ਦਾ ਸੀਕੁਐਂਸ ਹੈ, ਠੀਕ ਹੈ, ਇਹ ਤਾਂ ਨਾਰਮਲ ਹੋ ਗਿਆ ACTG, ਇਹ ਨਾਰਮਲ ਸੀਕੁਐਂਸ ਹੈ। ਮੰਨ ਲਓ ਇੱਕ ਜਗ੍ਹਾ ਹੋ ਗਿਆ A ਨਾਲ ਇਹਦੇ T। ਸੋ ਦਿਸ ਇਜ਼ ਅ ਰੈਪੀਟੀਟਿਵ ਸੀਕੁਐਂਸ। ਇਹ ਨੋਨ ਕੋਡਿੰਗ ਹੁੰਦਾ ਹੈ। ਦਿਸ ਇਜ਼ ਅ ਨੋਨ ਕੋਡਿੰਗ ਸੀਕੁਐਂਸ। ਇਹ ਕੋਡਿੰਗ ਸੀਕੁਐਂਸ ਹੋ ਗਿਆ, ਠੀਕ ਹੈ। ਇਹ ਸੇਮ ਹੈ ਸਾਰੇ ਦੇ। ਸੋ ਇਹ ਨੋਨ ਕੋਡਿੰਗ ਜਿਹੜਾ ਸੀਕੁਐਂਸ ਹੈ ਕਿਸੇ ਪ੍ਰੋਟੀਨ ਨੂੰ ਕੋਡ ਨਹੀਂ ਕਰਦਾ, ਲੇਕਿਨ ਇਹ ਯੂਜ਼ਲੈਸ ਸੀਕੁਐਂਸਸ ਨਹੀਂ ਹੈ। ਇਹ ਸਾਨੂੰ ਇੱਕ ਯੂਨੀਕ ਆਈਡੈਂਟੀਟੀ ਦਿੰਦੇ ਹੈ। ਸੋ ਇਹਨਾਂ ਨੂੰ ਅਸੀਂ ਕਿਵੇਂ ਪਤਾ ਕਰ ਸਕਦੇ ਹਾਂ? ਇਹਦੀ ਐਪਲੀਕੇਸ਼ਨ ਹੈ ਕਿ ਅਸੀਂ ਕੋਈ ਮੰਨ ਲਓ ਕ੍ਰਾਈਮ ਹੈ ਜਾਂ ਕੋਈ ਡਿਸਪਿਊਟਡ ਪੈਰੈਂਟੇਜ ਹੈ, ਉਹਦੇ ਬਾਰੇ ਪਤਾ ਕਰਨਾ ਹੈ, ਅਸੀਂ DNA ਫਿੰਗਰਪ੍ਰਿੰਟਿੰਗ ਨੂੰ ਮੈਚ ਕਰ ਸਕਦੇ ਹਾਂ। ਸੋ ਇਹਦਾ ਪ੍ਰੋਸੀਜਰ ਕੀ ਹੈਗੀ ਹੈ? ਸਭ ਤੋਂ ਪਹਿਲਾਂ ਉਸੇ ਤਰ੍ਹਾਂ ਅਸੀਂ DNA ਨੂੰ ਆਈਸੋਲੇਟ ਕਰਾਂਗੇ, ਠੀਕ ਹੈ, ਜਿਹੜਾ ਕਿ ਅਸੀਂ ਹਿਊਮਨ ਜੀਨੋਮ ਪ੍ਰੋਜੈਕਟ 'ਚ ਵੀ ਕੀਤਾ ਹੈ। ਬਾਇਓਟੈਕਨੋਲੋਜੀ ਦੇ ਵਿੱਚ ਸਾਡਾ ਫਿਰ ਡਿਟੇਲ ਦੇ ਵਿੱਚ ਆਣਾ ਹੈ, ਇੱਥੇ ਇਹਨਾਂ ਮੈਂ ਡਿਟੇਲ ਨਹੀਂ ਡਿਸਕਸ ਕਰੂੰਗੀ। ਸਭ ਤੋਂ ਪਹਿਲਾਂ DNA ਆਈਸੋਲੇਟ ਕਰ ਲਿੱਤਾ। ਅਸੀਂ ਹੇਅਰ ਨੂੰ ਜਦੋਂ एकदम प्लग करांगे तो ਉਹਦੇ ਨੀਚੇ ਕੁਝ ਫੋਲੀਕਲ ਸੈਲਸ ਆਣਗੇ, ਉਹਨੂੰ ਲੈ ਸਕਦੇ ਹਾਂ। ਸਕਿਨ ਦੇ ਸੈੱਲ ਲੈ ਸਕਦੇ ਹਾਂ, ਸਲਾਈਵਾ ਦੇ ਵਿੱਚ ਸੈਲਸ ਹੈ। ਸੋ ਇਸ ਤਰ੍ਹਾਂ ਦੇ ਕਿੱਥੋਂ ਵੀ ਅਸੀਂ ਸੈਲ ਬਲੱਡ ਵਿੱਚੋਂ ਲੈ ਸਕਦੇ ਹਾਂ। ਸੋ ਅਸੀਂ ਸੈਲਸ ਦੇ ਵਿੱਚੋਂ DNA ਨੂੰ ਆਈਸੋਲੇਟ ਕਰ ਲਿਆ।
ਸੈਕਿੰਡ ਨੰਬਰ ਤੇ ਅਸੀਂ ਇਸ ਡੀਐਨਏ ਨੂੰ ਫਰੈਗਮੈਂਟੇਸ਼ਨ ਕਰਾਂਗੇ, ਇਹਨੂੰ ਅਸੀਂ ਕਹਿੰਦੇ ਹਾਂ ਡਾਈਜੈਸ਼ਨ ਆਫ ਡੀਐਨਏ ਬਾਈ ਰਿਸਟ੍ਰਿਕਸ਼ਨ ਐਂਡੋਨਿਊਕਲੀਏਸਿਸ। ਮੋਲੀਕੂਲਰ ਸੀਜ਼ਰ ਦੇ ਨਾਲ ਇਹਨੂੰ ਕੱਟ ਲਾਂਗੇ। ਸੋ ਰਿਸਟ੍ਰਿਕਸ਼ਨ ਐਂਡੋਨਿਊਕਲੀਏਸਿਸ ਕੀ ਹੈ? ਮੋਲੀਕੂਲਰ ਸੀਜ਼ਰ ਹੈ, ਇੱਕ ਐਂਜ਼ਾਈਮ ਹੈ। ਉਸ ਤੋਂ ਬਾਅਦ ਅਸੀਂ ਇਹਨਾਂ ਫਰੈਗਮੈਂਟਸ ਨੂੰ ਸੈਪਰੇਟ ਕਰ ਲਾਂਗੇ ਵਿਦ ਦ ਹੈਲਪ ਆਫ ਜੈਲ ਇਲੈਕਟ੍ਰੋਫੋਰੇਸਿਸ। ਸਿਰਫ ਨਾਮ ਯਾਦ ਰੱਖੋ, ਬਾਇਓਟੈਕਨੋਲੋਜੀ ਦੇ ਵਿੱਚ ਮੈਂ ਡਿਟੇਲ ਪ੍ਰੋਸੈਸ ਜਿਹੜੀ ਤੁਹਾਡੇ ਨਾਲ ਡਿਸਕਸ ਕਰੂੰਗੀ। ਉਸ ਤੋਂ ਬਾਅਦ ਅਸੀਂ ਜਿਹੜੇ ਡਬਲ ਸਟੈਂਡਰਡ ਡੀਐਨਏ ਹੈ ਇਹਨਾਂ ਨੂੰ ਅਸੀਂ ਸੈਪਰੇਟ ਕਰ ਲਾਂਗੇ, ਇਹਨਾਂ ਨੂੰ ਸਿੰਗਲ ਸਟੈਂਡਰਡ ਬਣਾ ਦਾਂਗੇ ਬਾਈ ਐਲਕੇਲਾਈਨ ਕੈਮੀਕਲ। ਹੁਣ ਇਹ ਸਾਡੇ ਕੋਲੇ ਜਿਹੜੇ ਸਿੰਗਲ ਸਟੈਂਡਰਡ ਡੀਐਨਏ ਹੈ ਉਹ ਬਣ ਚੁੱਕੇ ਹੈਗੇ, ਠੀਕ ਹੈ। ਹੁਣ ਅਸੀਂ ਕੀ ਕਰਾਂਗੇ ਇਹਨਾਂ ਸਿੰਗਲ ਸਟੈਂਡਰਡ ਡੀਐਨਏ ਨੂੰ, ਮੰਨ ਲਓ ਹੁਣ ਸਾਡੇ ਕੋਲੇ ਆ ਸਿੰਗਲ ਸਟੈਂਡਰਡ ਅਨਨੋਨ ਡੀਐਨਏ ਹੈ ਸੀਕੁਐਂਸ, ਠੀਕ ਹੈ। ਹੁਣ ਉਸ ਤੋਂ ਬਾਅਦ ਇਹਨਾਂ ਨੂੰ ਕੀ ਕਰਾਂਗੇ? ਟ੍ਰਾਂਸਫਰਿੰਗ ਜਾਂ ਇਹਨੂੰ ਬਲੌਟਿੰਗ ਵੀ ਕਹਿੰਦੇ ਆ ਆਫ ਸੈਪਰੇਟਡ ਡੀਐਨਏ ਫ੍ਰੈਗਮੈਂਟ ਟੂ ਸਿੰਥੈਟਿਕ ਨਾਈਟ੍ਰੋਸੈਲੂਲੋਜ਼ ਸ਼ੀਟ ਜਾਂ ਨਾਈਲੋਨ ਸ਼ੀਟ ਦੇ, ਇਹਨੂੰ ਸਦਰਨ ਬਲੌਟਿੰਗ ਕਹਿੰਦੇ ਆ। ਅਸੀਂ ਇਹਨਾਂ ਨੂੰ ਐਬਜ਼ੌਰਬ ਕਰਕੇ ਨਾਈਟ੍ਰੋਸੈਲੂਲੋਜ਼ ਸ਼ੀਟ ਦੇ ਉੱਤੇ ਲੈ ਲਾਂਗੇ। ਹੁਣ ਅਸੀਂ ਕੀ ਕਰਾਂਗੇ? ਇੱਕ ਲੈਬ ਦੇ ਵਿੱਚ ਸੀਕੁਐਂਸ ਤਿਆਰ ਕਰਾਂਗੇ। ਦਿਸ ਇਜ਼ ਪ੍ਰੋਬ। ਇਹ ਸੀਕੁਐਂਸ ਹੈ ਜਿਹੜਾ ਅਨਨੋਨ ਹੈ, ਅਸੀਂ ਇਹਦਾ ਸੀਕੁਐਂਸ ਪਤਾ ਕਰਨਾ, ਸਾਨੂੰ ਨਹੀਂ ਪਤਾ ਕੀ ਸੀਕੁਐਂਸ ਹੈ। ਹੁਣ ਅਸੀਂ ਪ੍ਰੋਬ ਨੂੰ ਅਸੀਂ ਇਹਨੂੰ ਜੈਨੇਟਿਕ ਮਾਰਕਰ ਲਗਾਤੇ। ਸੋ ਥੀਸ ਆਰ ਦ ਜੈਨੇਟਿਕ ਮਾਰਕਰਸ। ਇਹਦਾ ਸੀਕੁਐਂਸ ਸਾਨੂੰ ਪਤਾ ਹੈ, ਮੰਨ ਲਓ A C T G, ਠੀਕ ਹੈ। ਮੰਨ ਲਓ ਇਹਦੇ ਆਪੋਜ਼ਿਟ ਆਪਾਂ ਡੀਐਨਏ ਦਾ ਸੀਕੁਐਂਸ ਪਤਾ ਕਰਨਾ, T G A C C C C C, ਇੱਥੇ T T T, ਕੁਝ ਵੀ ਸੀਕੁਐਂਸ ਆ ਗਿਆ। ਸੋ ਅਸੀਂ ਇਹਨਾਂ ਨੂੰ ਹਾਈਬ੍ਰਿਡਾਈਜ਼ ਕਰਾਵਾਂਗੇ। ਹੁਣ ਜਿਹੜੇ ਸੀਕੁਐਂਸ ਜਿਵੇਂ T ਦੇ ਆਪੋਜ਼ਿਟ A ਆ ਗਿਆ, ਜਦੋਂ ਅਸੀਂ ਇਹਨਾਂ ਨੂੰ ਨੇੜੇ ਲੈ ਕੇ ਆਵਾਂਗੇ ਇਹਨਾਂ 'ਚ ਬੌਂਡ ਬਣ ਜਾਏਗਾ। C ਦੇ ਆਪੋਜ਼ਿਟ G T A, ਦੈਨ ਜਿਵੇਂ G ਦੇ C ਆ ਗਿਆ, ਠੀਕ ਹੈ। ਇਹ ਸੀਕੁਐਂਸ ਨਹੀਂ ਕਰਨਗੇ ਕਿਉਂਕਿ ਇਹ ਮੈਚ ਨਹੀਂ ਕਰ ਰਹੇ। ਇਸ ਜਗ੍ਹਾ ਤੇ ਇਹਨਾਂ ਦੀ ਹਾਈਬ੍ਰਿਡਾਈਜੇਸ਼ਨ ਹੋ ਜਾਏਗੀ, ਯਾਨੀ ਕਿ ਬੌਂਡ ਬਣ ਜਾਏਗਾ। ਇਹਦਾ ਸੀਕੁਐਂਸ ਸਾਨੂੰ ਪਤਾ ਹੈ ਕਿਉਂਕਿ ਅਸੀਂ ਇੱਥੇ ਮਾਰਕਰ ਲਗਾਏ ਹੋਏ, ਅਸੀਂ ਰੇਡੀਓ ਐਕਟਿਵ ਮੋਲੀਕੂਲਸ ਨਾਲ ਇਹਨੂੰ ਮਾਰਕ ਕੀਤਾ ਹੈ। ਇਹਦਾ ਸੀਕੁਐਂਸ ਅਸੀਂ ਪਤਾ ਕਰਨਾ ਹੈ। ਸੋ ਇਸ ਤਰ੍ਹਾਂ ਕਰਕੇ ਅਸੀਂ ਇਹਨਾਂ ਨੂੰ ਹਾਈਬ੍ਰਿਡਾਈਜ਼ ਕਰਾ ਦਾਂਗੇ। ਹਾਈਬ੍ਰਿਡਾਈਜ਼ ਕਰਾਉਣ ਤੋਂ ਬਾਅਦ ਅਸੀਂ ਨਾਈਲੋਨ ਸ਼ੀਟ ਨੂੰ ਐਕਸਪੋਜ਼ ਕਰਾਂਗੇ। ਇਹੀ ਸ਼ੀਟ ਨੂੰ ਐਕਸਪੋਜ਼ ਕਰਾਂਗੇ ਟੂ ਦਾ ਐਕਸ-ਰੇ ਫਿਲਮ। ਅਸੀਂ ਇਹਨੂੰ ਐਕਸ-ਰੇ ਫਿਲਮ ਤੇ ਲਿਆਵਾਂਗੇ। ਇਹਨੂੰ ਕੀ ਕਹਿੰਦੇ ਹੈਗੇ? ਆਟੋ ਰੇਡੀਓਗ੍ਰਾਫੀ। ਹੁਣ ਐਕਸ-ਰੇ ਫਿਲਮ ਤੇ ਜਿੱਥੇ ਜਿੱਥੇ ਇਹ ਬੌਂਡ ਬਣ ਰਹੇ ਇਹ ਸਾਨੂੰ ਡਿਟੈਕਟ ਹੋ ਜਾਏਗਾ। ਇਸ ਤਰ੍ਹਾਂ ਕਰਕੇ ਜਿਹੜਾ ਹੈਗਾ ਅਸੀਂ ਪਤਾ ਕਰ ਲਾਂਗੇ ਕਿ ਡੀਐਨਏ ਜਿਹੜਾ ਹੈਗਾ ਇਹ ਸਾਡੇ ਕੋਲ ਇੱਕ ਡੀਐਨਏ ਫਿੰਗਰਪ੍ਰਿੰਟ ਤਿਆਰ ਹੋ ਗਿਆ। ਸੋ ਇਹਦੇ ਵਿੱਚ ਇੱਕ ਡਾਇਗਰਾਮ ਵੀ ਦਿੱਤਾ ਐਨਸੀਈਆਰਟੀ ਦੇ ਵਿੱਚ, ਅਸੀਂ ਇਸ ਡਾਇਗਰਾਮ ਨੂੰ ਵੀ ਫੋਲੋ ਕਰ ਸਕਦੇ ਹੈਗੇ ਆ। ਸੋ ਇਹਦੇ ਵਿੱਚ ਕੀ ਹੈ ਕਿ ਮੰਨ ਲਓ ਇੱਕ ਕੋਈ ਕਿਸੇ ਦਾ ਮਰਡਰ ਹੋ ਗਿਆ, ਠੀਕ ਹੈ। ਮਰਡਰ ਵਾਲੀ ਥਾਂ ਤੋਂ ਜਿਸ ਬੰਦੇ ਦਾ ਮਰਡਰ ਹੋਇਆ ਉਹਦੇ ਹੱਥ ਦੇ ਵਿੱਚ ਕਿਸੇ ਦੇ ਕੋਈ ਬਾਲ ਸੀਗੇ, ਠੀਕ ਹੈ, ਜਾਂ ਕੋਈ ਸਕਿਨ ਸੀ। ਲੜਾਈ ਦੇ ਦੌਰਾਨ ਉਹਦੀ ਨੋਹਾਂ ਦੇ ਵਿੱਚ ਨੇਲਸ ਦੇ ਵਿੱਚ ਉਹਦੇ ਸਕਿਨ ਆ ਗਈ। ਅਸੀਂ ਉਸ ਸਕਿਨ ਤੋਂ ਇੱਕ ਡੀਐਨਏ ਫਿੰਗਰਪ੍ਰਿੰਟਿੰਗ ਤਿਆਰ ਕਰ ਲਿਆ। ਸੋ ਆਹ ਅਸੀਂ ਇੱਕ ਡੀਐਨਏ ਫਿੰਗਰਪ੍ਰਿੰਟ ਤਿਆਰ ਕੀਤਾ। ਹੁਣ ਇਸ ਡੀਐਨਏ ਫਿੰਗਰਪ੍ਰਿੰਟ ਸਾਨੂੰ ਦੋ ਬੰਦਿਆਂ ਤੇ ਸ਼ੱਕ ਹੈ, A ਤੇ B, ਆ ਦੋ ਪਰਸਨਸ ਹੈ ਜਿਨ੍ਹਾਂ ਤੇ ਸ਼ੱਕ ਹੈ। ਹੁਣ ਆਹ ਦੇਖੋ, ਜਿਸ ਕ੍ਰਾਈਮ ਸੀਨ ਤੋਂ ਸਾਨੂੰ ਜਿਹੜਾ ਮਿਲਿਆ ਹੈਗਾ, ਕ੍ਰਾਈਮ ਸੀਨ ਤੋਂ ਜਿਹੜਾ ਮਿਲਿਆ ਉਹਦੇ ਵਿੱਚ ਅਸੀਂ ਕੀ ਦੇਖ ਰਹੇ ਹੈਗੇ ਆ ਕਿ ਆਹ ਕ੍ਰੋਮੋਸੋਮ ਨੰਬਰ 11 ਹੈ। ਕ੍ਰੋਮੋਸੋਮ ਨੰਬਰ 11 'ਚ ਆਹ ਰੈੱਡ ਵਾਲਾ ਟੈਂਡਮ ਰਿਪੀਟ ਦਿਖਾਇਆ। ਆ ਕ੍ਰੋਮੋਸੋਮ 7 ਦਾ ਟੈਂਡਮ ਰਿਪੀਟ ਹੈ, ਇਹ ਕ੍ਰੋਮੋਸੋਮ 2 ਦਾ ਟੈਂਡਮ ਰਿਪੀਟ ਹੈ। ਅਲੱਗ-ਅਲੱਗ ਕਲਰਸ ਹੈ, ਰੈੱਡ, ਯੈਲੋ, ਬਲੂ, ਠੀਕ ਹੈ। ਸੋ ਇਹਨੇ ਦਿਖਾਇਆ। ਹੁਣ ਅਸੀਂ ਆ ਦੋ ਪਰਸਨਸ A ਤੇ B ਤੇ ਸਾਨੂੰ ਸ਼ੱਕ ਹੈ ਕਿ ਮੇਬੀ ਇਹਨਾਂ ਨੇ ਕ੍ਰਾਈਮ ਕੀਤਾ ਹੋਇਆ। ਸੋ ਅਸੀਂ A ਵਾਲੇ ਦਾ ਰਿਪੀਟ ਤਿਆਰ ਕਰ ਲਿਆ, B ਵਾਲੇ ਦਾ ਕਰ। ਤੁਸੀਂ ਦੇਖੋ ਇੱਧਰ ਦੇਖੋ, ਇਹਨੂੰ ਐਕਸਰੇ ਫਿਲਮ ਤੇ ਲਿਆਏ ਅਸੀਂ, ਠੀਕ ਹੈ। ਐਕਸਰੇ ਫਿਲਮ 'ਚ ਦੇਖੋ ਆਹ ਵਾਲਾ ਪਰਸਨ ਮਤਲਬ ਆ ਸੇਮ ਹੈ ਡੀਐਨਏ ਇਹਦਾ ਮੈਚ ਨਹੀਂ ਕਰ ਰਿਹਾ। ਇਹਦਾ ਮਤਲਬ ਜਿਹੜਾ ਕ੍ਰਾਈਮ ਸੀਨ ਤੋਂ ਸਾਨੂੰ ਮਿਲਿਆ ਡੀਐਨਏ ਫਿੰਗਰਪ੍ਰਿੰਟ ਜਾਂ ਜੋ ਸਾਨੂੰ ਮਿਲਿਆ ਹੈਗਾ ਸਕਿਨ ਵਗੈਰਾ, ਸੋ ਉਹਦਾ ਤੇ ਇਸ ਪਰਸਨ ਦਾ ਮੈਚ ਕਰ ਰਿਹਾ B ਵਾਲੇ ਦਾ। ਇਹਦਾ ਮਤਲਬ ਮਰਡਰ ਕਿਸਨੇ ਕੀਤਾ ਹੈਗਾ? ਸੋ B ਵਾਲੇ ਨੇ ਕੀਤਾ। ਸੋ ਇਹਦੀ ਐਪਲੀਕੇਸ਼ਨ ਵੀ ਹੋਗੀ ਕਿ ਡੀਐਨਏ ਫਿੰਗਰਪ੍ਰਿੰਟਿੰਗ ਦੀ ਕੀ ਐਪਲੀਕੇਸ਼ਨ ਹੈ ਕਿ ਅਸੀਂ ਮਰਡਰ ਨੂੰ ਕੋਈ ਹੋ ਗਿਆ ਇਸ ਤਰ੍ਹਾਂ ਦਾ ਕ੍ਰਾਈਮ ਸੀਨ ਹੈ ਉਹਨੂੰ ਅਸੀਂ ਸੋਲਵ ਕਰ ਸਕਦੇ ਹਾਂ, ਜਾਂ ਡਿਸਪਿਊਟਡ ਪੇਰੈਂਟੇਜ ਹੈ। ਹੁਣ ਮੈਂ ਪਹਿਲਾਂ ਹੀ ਦੱਸਿਆ ਕਿ ਪੇਰੈਂਟਸ ਨਾਲ ਹੀ ਮੈਚ ਕਰੇਗਾ ਡੀਐਨਏ। ਸੋ ਇਹ ਸਾਰਾ ਹੋ ਗਿਆ ਤੁਹਾਡਾ ਡੀਐਨਏ ਫਿੰਗਰਪ੍ਰਿੰਟਿੰਗ।